ਗੱਲ ਇਉਂ ਹੈ ਬਾਈ, ਜਦੋਂ ਕੋਈ ਜਾਗਦਾ ਹੈ ਨਾ ਤੇ ਜਾਗ ਕੇ ਅਸਲੀ ਸੱਚਾਈ ਦਾ ਪਤਾ ਲੱਗ ਜਾਂਦਾ ਹੈ, ਅਸਲੀਅਤ ਦਾ ਪਤਾ ਲੱਗ ਜਾਂਦਾ ਹੈ, ਸੱਚ ਦਾ ਪਤਾ ਲੱਗ ਜਾਂਦਾ ਹੈ ਨਾ। ਜਦੋਂ ਅੰਮ੍ਰਿਤ ਦਾ ਪਤਾ ਲੱਗ ਜਾਂਦਾ ਹੈ ਤੇ ਉਹਨੂੰ ਫਿਰ ਬਾਹਰ ਜਿਹੜੇ ਸੁੱਤੇ ਪਏ ਹਨ, ਸੁਪਨੇ ਦੇਖ ਰਹੇ ਹਨ, ਉਹਨਾਂ ਤੇ ਤਰਸ ਆਉਂਦਾ ਹੈ, ਦਇਆ ਆਉਂਦੀ ਹੈ ਵੀ ਵਿਚਾਰੇ ਦੁੱਖ ਪਾ ਰਹੇ ਹਨ, ਪਰੇਸ਼ਾਨ ਹੋ ਰਹੇ ਹਨ। ਚਲੋ ਆਪਾਂ ਇਹਨੂੰ ਨੂੰ ਵੀ ਜਗਾ ਦਈਏ, ਵਿਚਾਰਾ ਕੋਈ ਨਾ ਕੋਈ ਜਾਗ ਹੀ ਜਾਵੇ ਸ਼ਾਇਦ। ਇਹ ਦੇਖ ਲਏ ਅੰਮ੍ਰਿਤਮਈ ਜੀਵਨ ਨੂੰ। ਤੇ ਉਹ ਚੋਟਾਂ ਕਰਦੇ ਹਨ, ਹਿਲਾਉਂਦੇ ਹਨ, ਜਗਾਉਂਦੇ ਹਨ ਵੀ ਥੋੜ੍ਹੇ ਬਹੁਤੇ ਜਾਗਣ। ਜਿਹੜੇ ਕੂਕ ਨੀਂਦ ਦੇ ਵਿੱਚ ਪਏ ਹੋਏ ਹਨ, ਘਰਾੜੇ ਮਾਰਦੇ ਸੁਪਨੇ ਦੇਖਦੇ, ਉਹਨਾਂ ਨੂੰ ਕੀ ਸੁਣੂਗਾ। ਥੋੜ੍ਹੇ ਜਿਹੇ ਤੇ ਜਾਗਣ, ਸੁਣਨ ਜੋਗੇ ਤੇ ਹੋਣ ਬਾਹਰ ਦੀ ਆਵਾਜ਼, ਵੀ ਕੋਈ ਖਿਆਲ ਵਿੱਚ ਤੇ ਆਵੇ ਇਹਨਾਂ ਦੇ ਗੱਲ, ਤੇ ਥੋੜ੍ਹੇ ਜਿਹੇ ਜਾਗਣ। ਇਸ ਕਰਕੇ ਉਹ ਚੋਟ ਵੀ ਕਰਦੇ ਆ, ਜਿਵੇਂ ਗੁਰਮੁਖ ਸਿੰਘ ਨੇ ਪਿੱਛੇ ਲਿਖਿਆ ਸੀ, ਚਪੇੜਾਂ ਵੱਜਦੀਆਂ, ਪਰ ਫਿਰ ਵੀ ਜਾਗ ਨਹੀਂ ਆਉਂਦੀ ਹੈ। ਕਮਾਲ ਦੀ ਗੱਲ ਤਾਂ ਇਹ, ਕਿੰਨੀ ਗਹਿਰੀ ਨੀਂਦ ਹੋਵੇਗੀ। ਕੁੰਭਕਰਨ ਤੇ ਉੱਠ ਗਿਆ ਸੀ 6 ਮਹੀਨਿਆਂ ਦੇ ਬਾਅਦ, ਪਰ ਤੁਹਾਡੀ ਨੀਂਦ ਤੇ ਜ਼ਿਆਦਾ ਗਹਿਰੀ ਹੈ। ਕਿੰਨੀਆਂ ਸਦੀਆਂ ਤੋਂ ਸੁੱਤੇ ਹੋ, ਤੇ ਕਿੰਨਿਆਂ ਨੇ ਆਵਾਜ਼ਾਂ ਪਿੱਛੇ ਦਿੱਤੀਆਂ ਹੋਣਗੀਆਂ, ਫਿਰ ਵੀ ਨਹੀਂ ਤੁਸੀਂ ਜਾਗੇ ਉਹਨਾਂ ਦੀਆਂ ਆਵਾਜ਼ਾਂ ਸੁਣ ਕੇ ਵੀ। ਤੇ ਹੁਣ ਵੀ ਨਾ ਤੁਸੀਂ ਜਾਗੇ, ਤੇ ਫਿਰ ਕਦੋਂ ਜਾਗੋਗੇ। ਹੁਣ ਤੁਹਾਨੂੰ ਅਵਸਰ ਮਿਲਿਆ ਹੋਇਆ ਹੈ, ਇਸ ਪੌੜੀ ਤੇ ਜੋ ਨਰ ਚੂਕੇ ਆਏ ਜਾਏ ਦੁੱਖ ਪਾਏ। ਬਹੁਤ ਵਧੀਆ। ਪਰ ਤੁਸੀਂ ਜਿੰਨਾ ਚਿਰ ਥੋੜ੍ਹਾ ਬਹੁਤਾ ਜਾਗਦੇ ਨਹੀਂ ਨਾ ਹੋ, ਚੇਸ਼ਟਾ ਨਹੀਂ ਕਰਦੇ ਹੋ ਜਾਗਣ ਦੀ, ਹੋਸ਼ ਦੇ ਵਿੱਚ ਨਹੀਂ ਆਉਂਦੇ ਹੋ, ਜਿੰਨਾ ਚਿਰ ਉਹਨਾਂ ਚਿਰ ਤੁਹਾਨੂੰ ਇਹ ਗੱਲਾਂ ਸਮਝ ਵਿੱਚ ਨਹੀਂ ਆਉਂਦੀਆਂ ਹਨ, ਆਉਣਗੀਆਂ ਨਹੀਂ। ਇਹ ਤੇ ਉਹਦੇ ਸਮਝ ਵਿੱਚ ਆਉਂਦੀਆਂ ਹਨ ਜਿਹੜਾ ਥੋੜ੍ਹਾ ਥੋੜ੍ਹਾ ਜਾਗ ਰਿਹਾ ਹੈ। ਕੋਈ ਕੋਈ ਗੱਲ ਉਹਦੇ ਸਮਝ ਵਿੱਚ ਆਉਂਦੀ, ਜਾਗਰਣ ਵੱਲ ਨੂੰ ਜਾ ਰਿਹਾ, ਥੋੜ੍ਹਾ ਥੋੜ੍ਹਾ ਹੋਸ਼ ਦੇ ਵਿੱਚ ਆ ਰਿਹਾ, ਥੋੜ੍ਹੇ ਥੋੜ੍ਹੇ ਵਿਚਾਰ ਘਟ ਰਹੇ ਆ। ਵਿਚਾਰ ਬੇਹੋਸ਼ੀ 'ਚ ਲੈ ਕੇ ਚਲੇ ਜਾਂਦੇ। ਇਸੇ ਕਾਰਨ ਹੀ ਤੁਹਾਨੂੰ ਇਹ ਗੱਲਾਂ ਜੋ ਇੱਧਰ ਹੋ ਰਹੀਆਂ ਹਨ,
ਉਹ ਸਮਝ ਵਿੱਚ ਨਹੀਂ ਆਉਂਦੀਆਂ ਹਨ। ਤੇ ਤੁਸੀਂ ਆਪ ਤੇ ਸੁੱਤੇ ਹੀ ਹੋ, ਦੂਸਰਿਆਂ ਨੂੰ ਵੀ ਸਵਾਉਣ ਦੀ ਕੋਸ਼ਿਸ਼ ਕਰਦੇ ਹੋ। ਕਮਾਲ ਦੀ ਗੱਲ ਤਾਂ ਇਹ ਹੈ। ਜਿਵੇਂ ਇਹ ਗਰੁੱਪਾਂ ਦੇ ਵਿੱਚ ਰਿਕਾਰਡਿੰਗਾਂ ਪਾਈਆਂ ਹੋਈਆਂ ਹਨ, ਪਹਿਲੇ ਗਲੋਪ ਦੇ ਵਿੱਚ ਵੀ ਦਲਬੀਰ ਸਿੰਘ ਨੇ ਰਿਕਾਰਡਿੰਗਾਂ ਪਾਈਆਂ ਹੋਈਆਂ ਹਨ, ਦੂਸਰੇ ਦੇ ਵਿੱਚ ਵੀ ਪਾਈਆਂ ਹੋਈਆਂ। ਇੱਕ ਮਿੱਤਰ ਪਿਆਰੇ ਨੇ ਤੇ ਇਸ ਰਿਕਾਰਡਿੰਗਾਂ ਦੇ ਵਿੱਚ ਕਿਹਾ ਜਾ ਰਿਹਾ ਹੈ ਜੋ ਉਹਦੇ ਤੋਂ ਅਗਰ ਤੁਸੀਂ ਪ੍ਰਭਾਵਿਤ ਹੋ ਰਹੇ ਹੋ, ਇਹਦਾ ਮਤਲਬ ਇਹੋ ਹੀ ਹੈ ਵੀ ਤੁਸੀਂ ਸੁੱਤੇ ਹੋਏ ਹੋ। ਖਿਆਲ ਵਿੱਚ ਲਓ ਥੋੜ੍ਹਾ ਜਿਹਾ ਵੀ ਸੌਣਾ ਕੀ ਹੈ। ਫਿਰ ਤੋਂ ਕਹਿੰਦੇ ਹਨ, ਗੁਰਮੁਖ ਜੋਗੀ ਜਾਗਦੇ, ਹੋਰ ਜਗ ਸੁੱਤਾ ਮੋਹ ਪਿਆਰ। ਮੋਹ ਤੇ ਪਿਆਰ ਦੇ ਵਿੱਚ ਸੁੱਤਾ ਹੋਇਆ। ਜਿੱਥੇ ਪਿਆਰ ਹੈ ਉੱਥੇ ਹੀ ਮੋਹ ਹੈ, ਜਿੱਥੇ ਲਗਾਵ ਹੈ ਉਹ ਹੀ ਮੋਹ ਹੈ, ਤੇ ਉੱਥੇ ਹੀ ਸੌਣਾ ਹੈ। ਕਿਹਾ ਹੈ ਨਾ, ਮਾਇਆ ਮਮਤਾ ਮੋਹਣੀ, ਜਿਨ ਵਿਣ ਦੰਤਾ ਜਗ ਖਾਇਆ। ਮਾਇਆ ਕੀ ਹੈ? ਮਮਤਾ, ਮੇਰਾ। ਜਿੱਥੇ ਮੇਰਾਪਨ ਹੈ ਉੱਥੇ ਮਾਇਆ। ਮਾਇਆ ਦਾ ਭਾਵ ਹੈ ਸਵਾਉਣ ਵਾਲੀ। ਜਿੱਥੇ ਮਮ ਹੈ, ਮੇਰਾ ਹੈ, ਮੇਰਾਪਨ ਸਵਾਉਂਦਾ ਹੈ, ਕਿਉਂਕਿ ਮੇਰਾਪਨ ਮੈਂ ਨਾਲ ਜੋੜਦਾ ਹੈ। ਅਗਰ ਤੁਹਾਨੂੰ ਮੋਹ ਹੈ, ਜਿਹੜੇ ਸਮਾਜ ਦੇ ਵਿੱਚ ਤੁਸੀਂ ਪੈਦਾ ਹੋਏ ਹੋ, ਜਿਹੜੇ ਧਰਮ ਦੇ ਵਿੱਚ ਤੁਸੀਂ ਪੈਦਾ ਹੋਏ ਹੋ, ਤਾਂ ਉਹ ਵੀ ਤੁਹਾਨੂੰ ਸੁਆਵੇਗਾ। ਹੁਣ ਤੁਸੀਂ ਸਿੱਖ ਹੋ, ਇਸ ਕਰਕੇ ਸਿੱਖਾਂ ਦੀ ਪ੍ਰਸ਼ੰਸਾ ਚੰਗੀ ਲੱਗਦੀ ਹੈ। ਦੂਜੇ ਕਿਸੇ ਦੀ ਪ੍ਰਸ਼ੰਸਾ ਕੀਤੀ ਹੋਵੇ ਤੇ ਸ਼ਾਇਦ ਤੁਸੀਂ ਨਾ ਪਾਉਂਦੇ ਵੀ ਨਹੀਂ ਹਨ ਕਈ ਲੋਕ। ਐਸਾ ਨਹੀਂ, ਸੇਵਾ ਈਸਾਈਆਂ ਦੇ ਵਿੱਚ ਨਹੀਂ, ਹੋਰ ਧਰਮਾਂ ਦੇ ਵਿੱਚ ਵੀ, ਹੋਰ ਧਰਮਾਂ ਦੇ ਵਿੱਚ ਹੋਰ ਗੁਣ ਹੋਣਗੇ, ਪਰ ਨਹੀਂ, ਆਪਣੀ ਉਸਤਤ ਆਦਮੀ ਸੁਣਨਾ ਚਾਹੁੰਦਾ, ਜਿਵੇਂ ਆਪਣੇ ਪਰਿਵਾਰ ਦੀ ਉਸਤਤ ਸੁਣਨੀ ਚਾਹੁੰਦਾ ਹੈ, ਮਾਂ ਆਪਣੇ ਬੱਚਿਆਂ ਦੀ ਉਸਤਤ ਸੁਣਨੀ ਚਾਹੁੰਦੇ ਆ, ਇੱਦਾਂ ਹੀ ਤੁਸੀਂ ਧਾਰਮਿਕ ਉਸਤਤ ਵੀ ਸੁਣਨੀ ਚਾਹੁੰਦੇ ਹੋ, ਜਿਹੜੇ ਧਰਮ ਨਾਲ ਜੁੜੇ ਹੋਏ। ਅਗਰ ਸਿੱਖਾਂ ਦੀ ਕੋਈ ਨਿੰਦਾ ਕਰ ਰਿਹਾ ਹੋਵੇ, ਤੁਹਾਨੂੰ ਗੁੱਸਾ ਆਵੇਗਾ। ਨਿਰਾਦਰ ਕਰ ਦਿੱਤਾ ਕਿਸੇ ਨੇ, ਆਵੇਗਾ ਹੀ ਨਾ। ਕਿਉਂ ਆਵੇਗਾ? ਬਹੁਤ ਨਾਰਾਜ਼ਗੀ ਹੋਵੇਗੀ, ਦੁੱਖ ਵੀ ਲੱਗੇਗਾ। ਅਗਰ ਸਿੱਖਾਂ ਤੇ ਜ਼ਬਰਦਸਤੀ ਹੋਵੇ, ਲੱਗਦਾ ਹੈ ਨਾ। ਉਹ ਕਿਉਂ ਲੱਗਦਾ ਹੈ? ਮੋਹ ਕਰ। ਤੇ ਮੋਹ ਹੀ ਮਮਤਾ ਹੈ, ਇਹੋ ਹੀ ਮਾਇਆ ਹੈ। ਮੋਹ ਹੀ ਸਵਾਉਂਦਾ ਹੈ। ਹੋਰ ਜਗ ਸੁੱਤਾ ਮੋਹ ਪਿਆਰ। ਤੇ ਮੋਹ ਪਿਆਰ ਦੇ ਵਿੱਚ ਸੌਣਾ ਹੈ।
ਜਿੱਥੇ ਵੀ ਲਗਾਵ ਹੈ ਤੁਹਾਡਾ, ਲਗਾਵ ਦੇ ਕਾਰਨ ਹੀ ਤੁਹਾਡੇ ਉੱਤੇ ਉਹਦਾ ਅਸਰ ਹੁੰਦਾ ਹੈ। ਲਗਾਵ ਦੇ ਕਾਰਨ ਹੀ ਹੁੰਦਾ ਹੈ। ਜੇ ਮੈਂ ਸਿੱਖ ਹਾਂ ਤੇ ਸਿੱਖਾਂ ਦੇ ਨਾਲ ਲਗਾਵ ਕਰਕੇ ਹੀ ਹਰਕ ਸੋਗ ਹੋਵੇਗਾ, ਦੁੱਖ ਸੁੱਖ ਹੋਵੇਗਾ। ਤੇ ਜਿਹੜੇ ਵੀ ਧਰਮ ਦੇ ਵਿੱਚ ਹੈ ਉਹਦੇ ਨਾਲ ਹੀ ਲਗਾਵ ਹੁੰਦਾ ਹੈ ਲੋਕਾਂ ਦਾ, ਤੇ ਬਹੁਤ ਲਗਾਵ ਹੁੰਦਾ ਹੈ। ਦੇਖੋ ਫਿਰ ਜਿਹੜੇ ਲਗਾਵ ਕਰਕੇ ਸੇਵਾ ਕਰਦੇ ਹਨ ਨਾ, ਉਸਤਤ ਕਰਕੇ ਸੇਵਾ ਕਰਦੇ ਹਨ, ਅਗਰ ਉਹਨਾਂ ਦੇ ਧਰਮ ਦੇ ਵਰਖਲਾਫ ਬੋਲ ਦੇਵੇ ਕੋਈ ਜਾਂ ਇਸ਼ਟ ਗੁਰੂ ਦੇ ਵਰਖਲਾਫ ਕੋਈ ਬੋਲ ਦੇਵੇ ਤੇ ਉਹ ਮਰਨ ਮਾਰਨ ਤੱਕ ਜਾਣ। ਸਾਡਾ ਧਰਮ ਲੋਕ ਕਿੱਥੇ ਕਿੱਥੇ ਮੋਹ ਲਾ ਲੈਂਦੇ ਹਨ। ਜਿੱਥੇ ਵੀ ਮੋਹ ਲੱਗਦਾ ਹੈ ਉੱਥੇ ਹੀ ਦੁੱਖ ਹੁੰਦਾ ਹੈ। ਤੁਸੀਂ ਖਿਆਲ ਕੀਤਾ, ਕਈ ਦੇਸ਼ ਭਗਤ ਹੁੰਦੇ ਹਨ, ਦੇਸ਼ ਨਾਲ ਮੋਹ ਲਾ ਲੈਂਦੇ ਹਨ। ਉਹ ਦੇਸ਼ 'ਚ ਕੋਈ ਖਰਾਬੀ ਹੁੰਦੀ ਹੈ ਉਹਨਾਂ ਨੂੰ ਦੁੱਖ ਲੱਗਦਾ। ਕਈ ਨਿਸ਼ਾਨ ਦੇ ਨਾਲ, ਝੰਡੇ ਦੇ ਨਾਲ ਮੋਹ ਲਾ ਲੈਂਦੇ ਹਨ। ਦੇਖੋ ਤੁਸੀਂ, ਕੱਪੜੇ ਦਾ ਟੁਕੜਾ ਹੈ ਰੰਗਿਆ ਹੋਇਆ, ਅਗਰ ਕੋਈ ਉਹਦੀ ਬੇਅਦਬੀ ਕਰ ਦੇਵੇ ਤੇ ਮਾਰ ਵੀ ਦਿੰਦੇ ਹਨ। ਕਿੰਨੇ ਸਮੋਹਿਤ ਹੋਣਗੇ ਲੋਕ। ਕੱਪੜੇ ਦਾ ਟੁਕੜਾ, ਉਹਦੇ ਨਾਲ ਸਮੋਹਿਤ ਹੋ ਗਏ। ਉਹ ਤਾਂ ਸਿਰਫ ਇੰਗਤ ਸੀ, ਇਸ਼ਾਰਾ ਸੀ, ਚਿੰਨ੍ਹ ਸੀ। ਤੇ ਨਿਸ਼ਾਨ ਸਿਰਫ ਕੱਪੜਾ ਹੈ ਨਾ, ਇੱਕ ਨਿਸ਼ਾਨ ਹੈ, ਨਿਸ਼ਾਨੀ ਕਹਿ ਲਈ। ਤੇ ਉਹਦੇ ਨਾਲ ਵੀ ਆਪਣਾ ਚਿੱਤ ਜੋੜ ਲੈਂਦੇ ਹਨ। ਜਿੱਥੇ ਜਿੱਥੇ ਚਿੱਤ ਜੁੜਿਆ ਹੋਇਆ ਹੈ, ਘਰ ਨਾਲ ਜੁੜਿਆ ਹੈ ਤੇ ਘਰ 'ਚ ਨੁਕਸਾਨ ਹੋਵੇਗਾ, ਤੁਸੀਂ ਦੁਖੀ ਹੋਵੋਗੇ। ਪਰਿਵਾਰ ਨਾਲ ਜੁੜਿਆ ਹੈ, ਪਰਿਵਾਰ 'ਚ ਕੋਈ ਵਿਪਤਾ ਆਵੇਗੀ, ਦੁਖੀ ਹੋਵੋਗੇ। ਜਿੱਥੇ ਵੀ ਜੁੜਿਆ ਹੈ, ਕਈਆਂ ਦਾ ਕਾਰਾਂ ਮੋਟਰਾਂ ਨਾਲ ਜੁੜਿਆ ਹੁੰਦਾ, ਟੈਲੀਫੋਨ ਦੇ ਨਾਲ ਵੀ ਕਈਆਂ ਦਾ ਜੁੜ ਜਾਂਦਾ। ਤੇ ਅਗਰ ਗਵਾਚ ਜਾਵੇ ਤੇ ਬਹੁਤ ਕਠਿਨ ਹੋ ਜਾਂਦਾ ਹੈ ਉਹਨੂੰ ਜੀਣਾ। ਤੇ ਜਿੱਥੇ ਵੀ ਮੋਹ ਲੱਗ ਜਾਂਦਾ ਹੈ ਉੱਥੇ ਹੀ ਸੌਣਾ ਹੁੰਦਾ ਹੈ। ਇਹ ਗੱਲ ਖਿਆਲ ਵਿੱਚ ਰੱਖੋ ਪਹਿਲਾਂ। ਜਿੱਥੇ ਵੀ ਲਗਾਵ ਹੁੰਦਾ ਹੈ, ਜਿਹਦੇ ਨਾਲ ਵੀ ਲਗਾਵ ਹੁੰਦਾ ਹੈ, ਐਸਾ ਨਹੀਂ ਹੈ। ਫਿਰ ਖਿਆਲ ਵਿੱਚ ਇਹ ਵੀ ਰੱਖਣ ਯੋਗ ਹੈ, ਅਗਰ ਤੁਸੀਂ ਸਿੱਖ ਨਾ ਰਹੇ ਤੇ ਤੁਹਾਡੇ 'ਚ ਸੇਵਾ ਭਾਵਨਾ ਖੋ ਜਾਵੇਗੀ, ਜਾਂ ਹਿੰਦੂ ਨਾ ਰਹੇ। ਨਹੀਂ, ਵਾਸਤਵਿਕ ਦੇ ਵਿੱਚ ਮਨੁੱਖਤਾ ਪੈਦਾ ਹੋਵੇਗੀ। ਮਾਨੁਖ ਕੀ ਜਾਤ ਸਭੇ ਏਕੇ ਪਹਿਚਾਨ, ਫਿਰ ਤੁਸੀਂ ਫਰਕ ਨਾ ਕਰੋਗੇ। ਵਾਸਤਵਿਕ ਦੇ ਵਿੱਚ ਜਿੰਨਾ ਚਿਰ ਬਾਹਰੀ ਧਰਮ ਦੇ ਨਾਲ ਆਦਮੀ ਜੁੜਿਆ ਹੈ ਨਾ, ਅਧਿਆਤਮ ਦੀ ਯਾਤਰਾ ਸ਼ੁਰੂ ਹੀ ਨਹੀਂ ਹੁੰਦੀ ਹੈ। ਜਿਵੇਂ ਇਹ ਦੂਸਰੀ ਰਿਕਾਰਡਿੰਗ ਦੇ ਵਿੱਚ ਜੋ ਦਲਬੀਰ ਸਿੰਘ ਨੇ ਪਾਈ ਹੋਈ ਹੈ, ਦੇਖੋ ਇਹ ਵੀ ਬਹੁਤ ਰਿਕਾਰਡਿੰਗਾਂ ਸੁਣਦਾ ਹੋਊਗਾ, ਬਹੁਤ ਖਬਰਾਂ ਸੁਣਦਾ ਹੋਊਗਾ, ਸਾਰੀ ਦਿਹਾੜੀ ਇਸੇ ਕੰਮ ਤੇ ਲੱਗਾ ਹੋਇਆ। ਫਿਰ ਇਹ ਰਿਕਾਰਡਿੰਗਾਂ ਦਾ ਕੀ ਅਸਰ ਹੁੰਦਾ ਹੋਊਗਾ? ਕੁਛ ਵੀ ਨਹੀਂ। ਕਿੰਨਾ ਉਲਝਿਆ ਹੋਇਆ।
ਜਿਹਦੇ ਕੋਲ ਰਹਿ ਨਹੀਂ ਹੁੰਦਾ ਇਹ ਇੱਧਰ ਵੀ ਪਾ ਦਿੰਦਾ ਗਰੁੱਪਾਂ ਵਿੱਚ। ਕਮ ਸੇ ਕਮ ਮੇਰੇ ਤੇ ਦਇਆ ਕਰੋ। ਮੈਨੂੰ ਵੀ ਸੁਣਨੀਆਂ ਪੈਂਦੀਆਂ ਵੀ ਪਤਾ ਨਹੀਂ ਕਿਹੜੀ ਗੱਲ ਹੈ, ਤੁਹਾਨੂੰ ਦੱਸਣ ਯੋਗ ਨਾ ਹੋਵੇ ਤੇ ਖਿਆਲ ਕਰਨਾ ਪੈਂਦਾ ਹੈ ਫਿਰ ਤੁਹਾਡੇ ਵੱਲ, ਤੁਹਾਡੀ ਮੂੜਤਾ ਵੱਲ, ਬੇਸਮਝੀ ਵੱਲ। ਤੇ ਖਿਆਲ ਰੱਖੋ, ਹੋਰ ਬਹੁਤ ਗਰੁੱਪ ਹਨ, ਉਹਨਾਂ 'ਚ ਪਾ ਦਿਆ ਕਰੋ। ਇੱਥੇ ਗੱਲ ਜਿਹੜੀ ਹੈ ਨਾ, ਇਹ ਜੋ ਦੱਸਿਆ ਹੈ ਨਾ ਰਿਕਾਰਡਿੰਗ ਦੇ ਅੰਦਰ, ਸਿੱਖ ਧਰਮ ਦੇ ਸਿਧਾਂਤ ਬਾਰੇ, ਮੂਲ ਸਿਧਾਂਤ, ਫਿਲਾਸਫੀ ਕਹਿੰਦਾ ਹੈ ਸਿੱਖ ਧਰਮ ਦੀ ਕੀ ਹੈ? ਨਾਮ ਜਪਣਾ, ਵੰਡ ਛਕਣਾ, ਕਿਰਤ ਕਰਨ। ਇਹ ਬਾਹਰ ਹੀ ਸਿੱਖ ਧਰਮ ਦੀ ਫਿਲਾਸਫੀ ਹੈ। ਇਸ ਤੋਂ ਅੱਗੇ ਜੋ ਸਤਿਪੁਰਖਾਂ ਨੇ ਉਪਦੇਸ਼ ਦਿੱਤਾ ਹੈ ਨਾ, ਉਹ ਸ਼ੁਰੂ ਹੁੰਦਾ ਹੈ। ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਫਿਲਾਸਫੀ ਨਹੀਂ ਹੈ। ਉਹਨਾਂ ਦਾ ਉਪਦੇਸ਼ ਇਸ ਤੋਂ ਅੱਗੇ ਸ਼ੁਰੂ ਹੁੰਦਾ ਹੈ। ਇਸੇ ਕਾਰਨ ਹੀ ਜਦੋਂ ਗੁਰੂ ਜੀਵਤ ਸਨ, ਸਰੀਰ ਕਰਕੇ ਜਿਨ੍ਹਾਂ ਨੇ ਉਪਦੇਸ਼ ਲਿਖੇ ਹਨ, ਤਾਂ ਉਹਨਾਂ ਕੋਲ ਜਿਹੜੇ ਆਉਂਦੇ ਸਨ, ਉਹਨਾਂ ਨੂੰ ਕਹਿੰਦੇ ਸਨ ਪਹਿਲਾਂ ਇਹ ਗੱਲ ਸਵੀਕਾਰ ਕਰੋ, ਕਿਰਤ ਕਰਨੀ, ਵੰਡ ਛਕਣਾ, ਸੇਵਾ ਕਰਨੀ। ਜਿਹੜੇ ਤੇ ਬਾਹਰ ਗ੍ਰਸਤ ਦੇ ਵਿੱਚ ਰਹਿੰਦੇ ਹਨ, ਉਹ ਕਿਰਤ ਕਰਨ ਤੇ ਸੇਵਾ ਕਰਨ ਤੇ ਵੰਡ ਕੇ ਛਕਣ, ਗੱਲ ਇੱਕੋ ਹੀ ਹੈ। ਤੇ ਜਿਹੜੇ ਸਾਡੇ ਕੋਲ ਰਹਿਣਗੇ ਇੱਥੇ, ਉਹ ਸੇਵਾ ਦੇ ਹੀ ਕਿਰਤ ਕਰਨਗੇ। ਸੇਵਾ ਵੀ ਤਾਂ ਕਿਰਤ ਹੀ ਹੈ ਨਾ। ਤੇ ਜੋ ਵੀ ਇੱਥੇ ਆਉਂਦਾ ਹੈ ਲੰਗਰ ਦੇ ਵਿੱਚ, ਉਹ ਵੰਡ ਕੇ ਛਕਣ। ਪ੍ਰੇਮ ਭਾਵ ਤੇ ਪੈਦਾ ਹੋਵੇ, ਦਇਆ ਤੇ ਪੈਦਾ ਹੋਵੇ, ਵਿਨਮਰਤਾ ਤੇ ਪੈਦਾ ਹੋਵੇ, ਤਾਂ ਹੀ ਧਰਮ ਸ਼ੁਰੂ ਹੁੰਦਾ ਹੈ ਨਾ। ਇਹ ਧਰਮ ਦਾ ਮੂਲ ਹੈ, ਮੁੱਢ ਹੈ। ਪਿੱਛੇ ਸੁਣਿਆ ਨਹੀਂ, ਤੌਲ ਧਰਮ ਦਇਆ ਕਾ ਪੂਤ। ਦਇਆ ਤੂੰ ਸ਼ੁਰੂਆਤ ਹੈ, ਪੁੱਤਰ ਹੈ ਦਇਆ ਦਾ, ਪੈਦਾ ਹੁੰਦਾ ਹੈ ਦਇਆ ਤੋਂ। ਜੇ ਦਇਆ ਨਹੀਂ ਤੇ ਪੈਦਾ ਹੀ ਨਹੀਂ ਹੋਵੇਗਾ। ਤੇ ਜਿਹੜੇ ਕਰ ਰਹੇ ਹਨ ਨਾ, ਉਸ ਤੋਂ ਅਗਲਾ ਕਦਮ ਹੈ ਇਹ ਜੋ ਦੱਸਿਆ ਜਾ ਰਿਹਾ ਹੈ ਇੱਧਰ। ਜਿਨ੍ਹਾਂ ਨੇ ਸੰਸਾਰ ਦਾ ਸਾਰਾ ਕੁਝ ਕਰ ਲਿਆ, ਫਿਰ ਧਾਰਮਿਕ ਵੀ ਇਹ ਕਰਮ ਕਰ ਲਏ ਹਨ ਸਾਰੇ ਸੇਵਾ ਦੇ। ਬਹੁਤ ਸਾਰੇ ਪ੍ਰੇਮੀ ਐਸੇ ਹਨ ਇਹ ਗਰੁੱਪਾਂ ਦੇ ਵਿੱਚ ਸੁਣਨ ਵਾਲੇ, ਜਿਨ੍ਹਾਂ ਦੀਆਂ ਸੰਸਥਾਵਾਂ ਬਣੀਆਂ ਹੋਈਆਂ ਹਨ ਸੇਵਾ ਕਰਨ ਦੀਆਂ, ਬਹੁਤ ਸੇਵਾ ਕਰਦੇ ਆ। ਸਿੱਖ ਵੀ ਹਨ ਵਿੱਚ, ਹਿੰਦੂ ਪਰਿਵਾਰਾਂ ਦੇ ਵਿੱਚੋਂ ਵੀ ਹਨ, ਹੋਰ ਵੀ ਕਈ ਧਰਮਾਂ ਦੇ ਵਿੱਚੋਂ ਹਨ ਜਿਹੜੇ ਬੜੀ ਸੇਵਾ ਕਰਦੇ, ਭਾਵਨ। ਫਿਰ ਵੀ ਮੈਂ ਕਹਿੰਦਾ ਹਾਂ ਵੀ ਇੱਥੋਂ ਤੱਕ ਧਰਮ ਨਹੀਂ ਹੈ। ਇਹ ਧਰਮ ਦਾ ਗੁਣ ਹੈ। ਗੁਣ ਤੇ ਤੁਹਾਡੇ 'ਚ ਆ ਗਿਆ ਧਰਮ ਦਾ। ਹੁਣ ਤੁਸੀਂ ਵਾਸਤਵਿਕ ਧਾਰਮਿਕ ਹੋ ਸਕਦੇ ਹੋ। ਇੱਥੋਂ ਧਰਮ ਸ਼ੁਰੂ ਹੁੰਦਾ ਹੈ, ਇੱਥੋਂ ਸਤਿਪੁਰਖਾਂ ਦਾ ਉਪਦੇਸ਼ ਸ਼ੁਰੂ ਹੁੰਦਾ ਹੈ। ਇਹ ਗੱਲ ਖਿਆਲ ਵਿੱਚ ਰੱਖੋ। ਐਸਾ ਨਹੀਂ ਹੈ ਵੀ ਜੋ ਬਾਹਰੀ ਧਰਮ ਕਰ ਰਹੇ ਹਨ ਧਾਰਮਿਕ ਲੋਕ, ਇਹ ਬੁਰਾ ਹੈ। ਨਹੀਂ, ਇਹ ਠੀਕ ਹੈ। ਇਹਦੇ ਕਾਰਨ ਹੀ ਜੋ ਸੰਸਾਰ ਚੱਲ ਰਿਹਾ ਹੈ ਨਾ, ਸੰਸਾਰ ਦੇ ਵਿੱਚ ਪ੍ਰੇਮ ਭਾਵ ਹੈ, ਭਾਈਚਾਰਾ ਹੈ, ਇੱਕ ਦੂਸਰੇ ਦੇ ਨਾਲ ਥੋੜ੍ਹਾ ਥੋੜ੍ਹਾ ਨੇੜਤਾ ਹੈ, ਉਹ ਬਣਦੀ ਹੈ ਇਸ ਢੰਗ ਨਾਲ। ਪਰ ਇਹਦੇ ਨਾਲ ਦੁਸ਼ਮਣੀਆਂ ਵੀ ਪੈਦਾ ਹੁੰਦੀਆਂ ਹਨ ਬਾਹਰੀ ਧਰਮ ਨਾਲ। ਬਾਹਰੀ ਧਾਰਮਿਕ ਲੋਕ ਲੜਦੇ ਵੀ ਬਹੁਤ ਹਨ, ਹਿੰਸਕ ਵੀ ਬਹੁਤ ਹੋ ਜਾਂਦੇ ਆ, ਕਿਉਂਕਿ ਬਾਹਰ ਹੈ ਨਾ। ਜੇ ਸਤਿਕਾਰ ਮਿਲਦਾ ਹੈ, ਖੁਸ਼ੀ ਹੁੰਦੀ ਹੈ, ਫਿਰ ਨਿਰਾਦਰ ਵੀ ਹੋਵੇਗਾ ਇਹਨਾਂ, ਦੂਸਰਾ ਕੰਮ ਵੀ ਹੋਵੇਗਾ। ਤੇ ਠੀਕ ਹੈ, ਪਰ ਇੱਥੇ ਧਰਮ ਸਮਾਪਤ ਨਹੀਂ ਹੋ ਜਾਂਦਾ ਹੈ। ਕਿਰਤ ਕਰੋ, ਵੰਡ ਸਕੋ, ਨਾਮ ਜਪੋ। ਨਹੀਂ, ਨਾਮ ਜਪਣ ਤੋਂ ਸ਼ੁਰੂ ਹੋਣਾ ਹੈ।
ਤੇ ਸਤਿਗੁਰੂ ਕਹਿੰਦੇ ਹੁੰਦੇ ਸਨ ਵੀ ਤੁਸੀਂ ਸੇਵਾ ਕਰੋ, ਨਾਲ ਨਾਲ ਨਾਮ ਜਪੋ, ਭਾਵ ਕਿ ਗੱਲਾਂ ਨਾ ਕਰੋ, ਕਿਸੇ ਦੀ ਚੁਗਲੀ ਨਿੰਦਿਆ ਨਾ ਕਰੋ, ਜਪੀ ਜਾਓ। ਜਪਣ ਤੋਂ ਸ਼ੁਰੂ ਹੋਣਾ ਹੈ, ਫਿਰ ਜੱਪਾ ਹੈ, ਫਿਰ ਅਨਹਦ ਹੈ, ਫਿਰ ਕਿੱਥੇ ਅੱਗੇ ਜਾ ਕੇ ਸੁਣਨੇ ਸੁਣ ਸੁਣਵਾਏ। ਇੱਥੋਂ ਤੱਕ ਸਮਾਪਤ ਨਹੀਂ ਹੈ ਧਰਮ ਬਾਬੇ ਨਾਨਕ ਦਾ। ਬਾਬੇ ਨਾਨਕ ਦਾ ਧਰਮ ਜਿਹੜਾ ਹੈ ਨਾ, ਉਹ 7 ਤੱਕ ਜਾਂਦਾ ਹੈ। ਇਹ ਲੋਕ ਜਿਹੜੇ ਹਨ ਬਾਹਰ ਧਾਰਮਿਕ ਜਿੰਨੇ ਵੀ ਹਨ, ਇਹ ਸਭ ਪਹਿਲੇ ਕਦਮ 'ਤੇ ਰੁਕੇ ਹੋਏ ਅਤੇ ਰੁਕ ਜਾਂਦੇ ਹਨ। ਇਹਨੂੰ ਹੀ ਧਰਮ ਸਮਝਦੇ ਹਨ ਜੋ ਇਹ ਕਰ ਰਹੇ ਹਨ। ਅਤੇ ਬੁਰਾ ਨਹੀਂ ਹੈ, ਫਿਰ ਖਿਆਲ ਵਿੱਚ ਰੱਖਿਓ, ਠੀਕ ਹੈ। ਪਰ ਇਹਦੇ ਨਾਲ ਇਹਨਾਂ ਦਾ ਹੰਕਾਰ ਵੀ ਵੱਧ ਸਕਦਾ ਹੈ, ਅਗਿਆਨਤਾ ਵੀ ਵੱਧ ਸਕਦੀ ਹੈ, ਨਫ਼ਰਤ ਵੀ ਵੱਧ ਸਕਦੀ ਹੈ, ਈਰਖਾ ਵੀ ਵੱਧ ਸਕਦੀ। ਉਹ ਬਿਮਾਰੀਆਂ ਸਾਰੀਆਂ ਇਹਨਾਂ ਦੇ ਅੰਦਰ ਵਧਣਗੀਆਂ, ਵੱਧਦੀਆਂ ਹੀ ਆ। ਅਤੇ ਇੱਥੋਂ ਵਾਸਤਵਿਕ ਦੇ ਵਿੱਚ ਜੋ ਅਧਿਆਤਮ ਹੈ ਨਾ ਸ਼ੁਰੂ ਹੁੰਦਾ ਹੈ। ਇਸੇ ਕਾਰਨ ਹੀ ਮੈਂ ਕਹਿੰਦਾ ਹੁੰਦਾ ਹਾਂ ਅਕਸਰ ਵੀ ਜਿਨ੍ਹਾਂ ਨੇ ਸੰਸਾਰ ਦੀ ਯਾਤਰਾ ਪੂਰੀ ਕਰ ਲਈ ਹੈ ਅਤੇ ਧਰਮ ਦੀ ਯਾਤਰਾ ਵੀ ਪੂਰੀ ਕਰ ਲਈ ਹੈ, ਉਹ ਹੀ ਇਹ ਗੱਲਾਂ ਸਮਝਣਗੇ। ਅਤੇ ਕਈ ਧਾਰਮਿਕ ਬਾਹਰੋਂ ਹੀ ਵੇਖੋ ਧਰਮ ਨੂੰ ਪਕੜੀ ਬੈਠੇ ਹਨ। ਫਿਰ ਸਿੱਖ ਘਰਾਣੇ ਦੇ ਵਿੱਚ ਜਨਮ ਹੋ ਗਿਆ ਅਤੇ ਵੇਖ ਲਓ ਕਿੰਨਾ ਮੋਹ ਹੋ ਜਾਂਦਾ ਹੈ। ਆਦਮੀ ਕਹਿੰਦਾ ਮੈਂ ਸਿੱਖ। ਤੁਸੀਂ ਨਿਰਦੋਸ਼ ਆਏ ਸੀ, ਸਿੱਖ ਥੋੜ੍ਹੀ ਆਉਂਦਾ ਹੈ, ਨਾ ਬੱਚਾ ਹਿੰਦੂ ਹੁੰਦਾ ਨਾ ਮੁਸਲਮਾਨ। ਇਸ ਕਰਕੇ ਕਿਸੇ ਵੀ ਘਰਾਣੇ 'ਚ ਰੱਖ ਲਓ, ਕਿਸੇ ਹੋਰ ਘਰ ਦੇ ਵਿੱਚ ਰੱਖ ਲਓ, ਵੈਸੇ ਹੀ ਪਲ ਜਾਵੇਗਾ। ਜੈਸੇ ਸਮਾਜ ਦੇ ਵਿੱਚ ਰਹੇਗਾ ਵੈਸੀ ਸਿੱਖਿਆ ਮਿਲੇਗੀ। ਹੁਣ ਤੁਸੀਂ ਮਰ ਜਾਓ, ਅਗਲੇ ਜਨਮ 'ਚ ਤੁਸੀਂ ਹੋਰ ਕਿਸੇ ਘਰਾਣੇ ਦੇ ਵਿੱਚ ਪੈਦਾ ਹੋ ਜਾਓ, ਹੋਰ ਕਿਸੇ ਸਮਾਜ ਦੇ ਵਿੱਚ, ਹੋਰ ਕਿਸੇ ਧਰਮ ਦੇ ਵਿੱਚ, ਤੁਸੀਂ ਉਹਦੀਆਂ ਗੱਲਾਂ ਕਰੋ। ਇੱਦਾਂ ਹੀ ਤੁਸੀਂ ਕਰ ਰਹੇ ਹੋ ਹਰ ਜਨਮ ਦੇ ਵਿੱਚ, ਕੁਛ ਨਾ ਕੁਛ ਬਣ ਬੈਠਦੇ। ਮੈਂ ਕਹਿੰਦਾ ਬਣੋ ਕੁਝ ਨਾ, ਪਰ ਤੁਹਾਨੂੰ ਸੁਪਨੇ ਦੇਖਣੇ ਹਨ, ਧਾਰਮਿਕ ਸੁਪਨੇ ਵੀ ਦੇਖਣੇ ਹਨ, ਸੇਵਾ ਦੇ ਸੁਪਨੇ, ਆਪਣੇ ਲੋਕਾਂ ਦੇ ਸੁਪਨੇ। ਅਤੇ ਤੁਸੀਂ ਸੁਪਨੇ ਦੇਖ ਰਹੇ ਹੋ ਅਤੇ ਸੁਪਨੇ ਦੇ ਵਿੱਚ ਹੀ ਤੁਸੀਂ ਸੁਣ ਵੀ ਲੈਂਦੇ ਹੋ, ਸਮਝ ਵੀ ਲੈਂਦੇ ਹੋ, ਪਰ ਹੋ ਸੁਪਨੇ ਦੇ ਵਿੱਚ। ਸੁਪਨੇ ਦੇ ਵਿੱਚ ਹੀ ਗੁਰੂ ਲੱਭ ਲੈਂਦੇ ਹਨ ਲੋਕ। ਦੇਖੋ ਕਮਾਲ ਦੀ ਗੱਲ ਹੈ। ਹੁਣ ਜਿਹੜਾ ਸੁਪਨੇ ਦੇ ਵਿੱਚ ਤੁਸੀਂ ਗੁਰੂ ਲੱਭੋਗੇ, ਉਹ ਜਗਾਉਣ ਵਾਲਾ ਨਹੀਂ ਹੋਵੇਗਾ। ਇਹ ਗੱਲ ਖਿਆਲ ਵਿੱਚ ਰੱਖਣ ਯੋਗ ਹੈ। ਕਿਉਂਕਿ ਤੁਸੀਂ ਜਦੋਂ ਸੁਪਨੇ ਦੇ ਵਿੱਚ ਲੱਭ ਰਹੇ ਹੋ, ਤੁਸੀਂ ਜਗਾਉਣ ਵਾਲਾ ਨਹੀਂ ਲੱਭੋਗੇ। ਕਿਉਂਕਿ ਜਗਾਉਣ ਵਾਲਾ ਜਿਹੜਾ ਹੈ ਨਾ, ਉਹ ਸੁਪਨਾ ਤੋੜਦਾ ਹੈ, ਉਹ ਤੁਹਾਨੂੰ ਚੰਗਾ ਨਹੀਂ ਲੱਗੇਗਾ। ਹੁਣ ਜਿਹੜਾ ਤੁਹਾਡਾ ਸੁਪਨਾ ਤੋੜਦਾ ਹੈ, ਜਗਾਉਂਦਾ ਹੈ ਸਵੇਰੇ ਸਵੇਰੇ ਜ਼ਬਰਦਸਤੀ ਉੱਠੋ, ਤੁਹਾਨੂੰ ਗੁੱਸਾ ਨਹੀਂ ਆਉਂਦਾ, ਨਾਰਾਜ਼ਗੀ ਹੁੰਦੀ ਹੈ ਨਾ। ਇੱਦਾਂ ਜਿਹੜਾ ਜਗਾਉਣ ਵਾਲਾ ਹੈ ਉਹ ਤੁਹਾਡੇ ਮਨ ਨੂੰ ਕਦੇ ਨਾ ਭਾਵੇਗਾ। ਹੁਣ ਜਿਹੜਾ ਚਪੇੜਾ ਮਾਰਨ ਵਾਲਾ ਹੈ, ਝਿੜਕਾਂ ਦੇਣ ਵਾਲਾ ਹੈ, ਜਗਾਉਣ ਵਾਲਾ ਨਹੀਂ, ਮਨ ਨੂੰ ਉਹ ਹੀ ਭਾਵੇਗਾ ਜਿਹੜਾ ਸਵਾਉਣ ਵਾਲਾ ਹੈ। ਅਤੇ ਬਹੁਤ ਲੋਕ ਗੁਰੂਆਂ ਦੇ ਮੋਹ ਦੇ ਵਿੱਚ ਸੁੱਤੇ ਪਏ ਹਨ। ਅਤੇ ਵੈਸੇ ਹੀ ਮੋਹ ਹੋ ਜਾਂਦਾ ਹੈ ਗੁਰੂਆਂ ਦੇ ਨਾਲ ਹੀ, ਜੈਸੇ ਧੀਆਂ ਪੁੱਤਰਾਂ ਦੇ ਨਾਲ ਮੋਹ ਕਰਦੇ ਹਨ ਲੋਕ, ਐਸੇ ਹੀ ਗੁਰੂਆਂ ਨਾਲ ਕਰ ਰਹੇ ਹਨ। ਕੋਈ ਪੇ ਬਣਾ ਲੈਂਦਾ, ਕੋਈ ਭਰਾ ਬਣਾ ਲੈਂਦਾ, ਕੋਈ ਧੀ ਬਣਾ ਲੈਂਦਾ। ਉੱਥੇ ਵੀ ਇੱਦਾਂ ਰਿਸ਼ਤੇਦਾਰੀਆਂ ਬਣ ਜਾਂਦੀਆਂ। ਅਤੇ ਇੱਦਾਂ ਹੀ ਗੁਰੂ ਦੇ ਨਾਲ ਵੀ ਮੋਹ ਹੋ ਜਾਂਦਾ। ਅਗਰ ਗੁਰੂ ਦੇ ਨਾਲ ਬਾਹਰੋਂ ਹੀ ਮੋਹ ਹੋ ਗਿਆ ਅਤੇ ਫਿਰ ਤਾਂ ਛੁਟਕਾਰਾ ਨਹੀਂ ਹੋਵੇਗਾ ਨਾ। ਬਾਹਰ ਸਰੀਰ ਅਤੇ ਗੁਰੂ ਦਾ ਵੀ ਝੂਠ ਹੈ, ਗੁਰੂ ਦਾ ਸਰੀਰ ਵੀ ਝੂਠ ਹੈ। ਇਸ ਕਰਕੇ ਮੈਂ ਕਹਿੰਦਾ ਸਰੀਰ ਨਾਲ ਨਾ ਜੁੜੋ। ਜੋ ਮੈਂ ਕਹਿ ਰਿਹਾ ਹਾਂ ਇਹੋ ਹੀ ਕਰੋ, ਜੋ ਕਿਹਾ ਗਿਆ ਹੈ ਇਹ 'ਤੇ ਜ਼ਿਆਦਾ ਧਿਆਨ ਦਿਓ।
ਇਹਨੂੰ ਖਿਆਲ ਵਿੱਚ ਰੱਖੋ। ਸਰੀਰ ਤੇ ਵਾਸਤਵਿਕ ਨਹੀਂ ਹੈ ਨਾ, ਤੇ ਸਰੀਰ ਦੇ ਨਾਲ ਮੋਹ ਹੋ ਜਾਂਦਾ ਹੈ। ਤੇ ਲੋਕ ਗੁਰੂਆਂ ਦੇ ਸਰੀਰਾਂ ਦੇ ਨਾਲ ਮੋਹ ਕਰ ਰਹੇ ਹਨ, ਉੱਦਾਂ ਮੋਹਗ੍ਰਸਤ। ਵੈਸੇ ਹੀ ਦੁੱਖ ਸੁੱਖ ਹੁੰਦਾ ਹੈ ਇੱਕ ਦੂਸਰੇ ਦਾ, ਕਿਉਂਕਿ ਬਾਹਰ ਜੁੜੇ ਹੋਏ ਆ। ਤੇ ਜਿਸ ਤਰ੍ਹਾਂ ਹੀ ਬੱਚਿਆਂ ਦੇ ਨਾਲ ਮੋਹ ਕਰਨ ਦੇ ਨਾਲ, ਆਪਣੇ ਨਾਲ ਮੋਹ ਕਰਨ ਨਾਲ ਮਹਿਸੂਸ ਹੁੰਦਾ ਹੈ, ਵੈਸਾ ਗੁਰੂ ਦੇ ਵੀ ਮਹਿਸੂਸ ਹੋਵੇਗਾ, ਕਿਉਂਕਿ ਬਾਹਰੋਂ ਮੋਹ ਤੇ ਮੋਹ ਮਮਤਾ 'ਚ ਪੈ ਜਾਂਦੇ ਹਨ। ਇਹੋ ਹੀ ਮਾਇਆ ਹੈ ਬਾਹਰ। ਇਸੇ ਕਾਰਨ ਹੀ ਮੈਂ ਬਾਹਰੋਂ ਜੁੜਨ ਵਾਸਤੇ ਨਹੀਂ ਕਹਿੰਦਾ ਹਾਂ ਤੁਹਾਨੂੰ। ਫਿਰ ਦੂਸਰੀ ਗੱਲ ਇਹ ਹੈ ਵੀ ਗੁਰੂ ਸ਼ਬਦ ਬਹੁਤ ਪੁਰਾਣਾ ਹੈ। ਇਹ ਵੈਸੇ ਹੀ ਹੋ ਗਿਆ ਜੈਸੇ ਤੁਹਾਡੇ ਆਮ ਸ਼ਬਦ ਹਨ ਨਾ, ਸੰਸਾਰ ਦੇ ਵਿੱਚ ਉਪਯੋਗ ਕਰਦੇ ਹੋ ਰਿਸ਼ਤੇਦਾਰੀਆਂ ਵਾਸਤੇ, ਵੈਸੇ ਹੀ ਗੁਰੂ ਵੀ ਇੱਕ ਰਿਸ਼ਤੇਦਾਰ ਹੋ ਗਏ। ਇਸ ਕਰਕੇ ਮੈਂ ਕਹਿੰਦਾ ਹਾਂ ਵੀ ਮੈਂ ਤੁਹਾਡਾ ਗੁਰੂ ਨਹੀਂ ਹਾਂ। ਉਹ ਵੀ ਸੰਬੰਧ ਨਾ ਰੱਖੋ, ਮਿੱਤਰਚਾਰੇ ਦਾ ਰੱਖ ਲਓ ਸੰਬੰਧ। ਮਿੱਤਰ ਮਿੱਤਰ ਦੀ ਬਾਂਹ ਫੜ ਕੇ ਲਿਜਾ ਸਕਦਾ ਹੈ ਨਾ, ਅਗਰ ਮਿੱਤਰ ਫੜਾਵੇ ਤਾਂ। ਤੇ ਮਿੱਤਰ ਪਿਆਰਾ ਤੇ ਫੜਨ ਨੂੰ ਤਿਆਰ ਹੈ। ਦਲਵੀਰ ਸਿੰਘ ਜੀ ਤੁਸੀਂ ਫੜਾਓ, ਝੂਠ ਵੱਲੋਂ ਸੱਚ ਵੱਲ ਨੂੰ ਆਓ। ਤੁਹਾਨੂੰ ਇਸ ਕਿਨਾਰਿਓਂ ਦੂਸਰੇ ਕਿਨਾਰੇ ਬਾਰਡਰ ਟਪਾ ਦਿੰਦੇ ਹਾਂ। ਦੇਖੋ ਆ ਬਾਹਰਲੇ ਮੁਲਕਾਂ 'ਚ ਜਾਂਦੇ ਹਨ ਨੌਜਵਾਨ, ਤੇ ਬਾਰਡਰ ਟਪਾਉਣ ਦੇ ਵੀ ਬੜੇ ਪੈਸੇ ਲੈਂਦੇ ਹਨ ਏਜੰਟ, ਪਰ ਉਹ ਟੱਪਦੇ ਵੀ ਆਪ ਹੀ ਹਨ। ਕਿੰਨੇ ਦੜਾਉਂਦੇ, ਕਿੰਨੇ ਔਖੇ ਹੁੰਦੇ, ਕਈ ਦਿਨ ਭੁੱਖੇ ਰਹਿੰਦੇ, ਫਿਰ ਬਾਰਡਰ ਟੱਪ ਤੇ ਮਿਲਦਾ ਕੀ ਉੱਥੇ ਜਾ ਕੇ? ਕੁਛ ਵੀ ਨਹੀਂ। ਇਹੋ ਜਿਹੀ ਦੁਨੀਆ ਉੱਥੇ, ਇਹੋ ਜਿਹੇ ਲੋਕ ਉੱਥੇ ਹਨ, ਇਹੋ ਜਿਹੇ ਰੋਗ ਵੀ ਉੱਥੇ ਹਨ, ਬਿਮਾਰੀ। ਪਰ ਇਹ ਜਦੋਂ ਤੁਸੀਂ ਬਾਰਡਰ ਟੱਪ ਗਏ ਤੇ ਇੱਧਰ ਬਾਰਡਰ ਟਪਾਈ ਤੇ ਕੁਝ ਵੀ ਨਹੀਂ ਲਿਆ ਜਾ ਰਿਹਾ ਤੁਹਾਡੇ ਕੋਲ। ਦੇਖੋ ਫਿਰ ਇਹ ਬਾਰਡਰ ਤੁਸੀਂ ਅਗਰ ਟੱਪ ਗਏ ਨਾ, ਤੇ ਤੁਸੀਂ ਐਸੋ ਜਿਹੇ ਲੋਕ ਦੇ ਵਿੱਚ ਪਹੁੰਚ ਜਾਓਗੇ ਜਿੱਥੇ ਹਰਖ ਨਾ ਸੋਗ, ਨਾ ਦੁੱਖ ਨਾ ਸੁੱਖ। ਜਿੱਥੇ ਬਾਰੇ ਬਹੁਤਾ ਕਿਹਾ ਨਹੀਂ ਜਾ ਸਕਦਾ। ਮੈਨੂੰ ਇਹ ਨਹੀਂ ਕਹਿ ਸਕਦਾ ਵੀ ਤੁਸੀਂ ਇੱਧਰੋਂ ਨਾ, ਹਾਂ ਇੱਧਰੋਂ ਅਗਰ ਤੁਸੀਂ ਇਸ ਪਾਸੇ ਆ ਗਏ, ਆਹ ਜਿਹੜਾ ਪਾਸਾ ਹੈ ਬਾਰਡਰ ਟਾਪਾ ਹੈ ਸੰਸਾਰ ਦਾ, ਤੇ ਫਿਰ ਤੁਸੀਂ ਜਾਣੋਗੇ ਸੱਤ ਕੀ ਹੈ। ਸੱਤ ਚਿੱਤ ਆਨੰਦ ਕਿਹਨੂੰ ਕਹਿੰਦੇ ਹਨ? ਜਿੱਥੇ ਸਮੱਸਿਆ ਹੀ ਕੋਈ ਨਹੀਂ ਰਹਿ ਜਾਂਦੀ, ਸਾਰਿਆਂ ਸਮੱਸਿਆ ਦਾ ਸਮਾਧਾਨ ਮਿਲ ਜਾਂਦਾ, ਉਹਨੂੰ ਹੀ ਸਮਾਧੀ ਕਹਿੰਦੇ ਹਨ। ਜਾਗਰਤ ਪੁਰਸ਼ ਨੂੰ ਕੋਈ ਸਮੱਸਿਆ ਥੋੜ੍ਹੀ ਹੁੰਦੀ, ਸਮੱਸਿਆ ਤੇ ਸੰਸਾਰ ਦੇ ਵਿੱਚ ਹਨ। ਇਸ ਕਰਕੇ ਆਹ ਦੇਖੋ ਕਿੰਨੇ ਲੋਕ ਔਖੇ ਹਨ, ਸਾਰਿਆਂ ਨੂੰ ਸਮੱਸਿਆ ਆਈਆਂ ਪਈਆਂ, ਡਰ ਰਹੇ ਹਨ, ਦੁਖੀ ਹਨ, ਪਰੇਸ਼ਾਨ ਹਨ, ਸੋਚ ਕੇ ਕਈ ਪਰੇਸ਼ਾਨ ਹੋ ਰਹੇ ਹਨ ਖਬਰਾਂ ਸੁਣ ਕੇ। ਤੇ ਮੈਂ ਕਹਿੰਦਾ ਬਹੁਤੀਆਂ ਖਬਰਾਂ ਨਾ ਸੁਣੋ, ਬਹੁਤਾ ਸੋਚੋ ਨਾ ਸੰਸਾਰ ਬਾਰੇ। ਸੰਸਾਰ 'ਚ ਬਹੁਤ ਪ੍ਰੋਬਲਮਾਂ ਆਉਂਦੀਆਂ ਰਹੀਆਂ ਹਨ ਤੇ ਆਉਂਦੀਆਂ ਰਹਿਣਗੀਆਂ। ਸੰਸਾਰ ਇੱਦਾਂ ਹੀ ਚੱਲਦਾ ਰਿਹਾ ਹੈ ਸਦੀਆਂ ਤੋਂ, ਤੇ ਚੱਲਦਾ ਵੀ ਰਹੇਗਾ ਜਿੰਨਾ ਚਿਰ ਪਰਮਾਤਮਾ ਚਲਾਏਗਾ। ਚੱਲੇਗਾ ਹੀ ਨਹੀਂ, ਪਰਮਾਤਮਾ ਹੀ ਨਾਲੇ ਚਲਾ ਰਿਹਾ ਹੈ, ਤੇ ਤੁਹਾਨੂੰ ਕਾਹਦੀ ਚਿੰਤਾ? ਉਹਨੂੰ ਕਰਨ ਦਿਓ ਜੋ ਕਰਦਾ। ਉਹ ਕਿਸੇ ਕੋ ਸੇਵਾ ਕਰਾਏ, ਕਿਸੇ ਕੋ ਨਾ ਕਰਾਵੇ,
ਸਭ ਪਰਮਾਤਮਾ ਦੇ ਜੀ ਹਨ। ਤੇ ਉਧਰੋਂ ਧਿਆਨ ਹਟਾਓ, ਕੁਛ ਬਣੋ ਨਾ। ਅਗਰ ਤੁਸੀਂ ਕੁਛ ਵੀ ਨਾ ਬਣੋਗੇ ਨਾ, ਫਿਰ ਉਹ ਹੀ ਬਣੋਗੇ ਜੋ ਤੁਸੀਂ ਵਾਸਤਵਿਕ ਹੋ। ਪਰਮਾਤਮਾ ਕੁਛ ਹੈ ਥੋੜ੍ਹੀ ਕਿਸੇ ਧਰਮ ਦਾ। ਉਹ ਤੇ ਧਰਮਾਂ ਤੋਂ ਬਾਹਰ ਹਨ, ਤਦ ਇੱਕ ਕਿਹਾ ਹੈ। ਤੇ ਇੱਕ ਵੱਲ ਆਓਗੇ ਤੇ ਧਰਮਾਂ ਤੋਂ ਤੇ ਬਾਹਰ ਆਓਗੇ। ਤੇ ਖਿਆਲ ਵਿੱਚ ਰੱਖੋ ਵੀ ਅਗਰ ਨਾ ਵੀ ਗੱਲ ਸਮਝ ਵਿੱਚ ਆ ਰਹੀ ਹੋਵੇ ਨਾ, ਤੇ ਫਿਰ ਵੀ ਜਿੰਨੀ ਕੁ ਆ ਰਹੀ ਹੈ ਉਨੀ ਕੁ ਹੀ ਸਮਝੋ। ਪਰ ਦੂਸਰਿਆਂ ਨੂੰ ਚੱਕਰਾਂ ਵਿੱਚ ਨਾ ਪਾਓ। ਅਗਰ ਚੱਕਰਾਂ ਦੇ ਵਿੱਚੋਂ ਨਹੀਂ ਨਿਕਲ ਹੁੰਦਾ ਹੈ, ਸੰਸਾਰ ਵਿੱਚੋਂ ਨਹੀਂ ਨਿਕਲ ਹੁੰਦਾ ਹੈ, ਤੇ ਜਿਹੜੇ ਨਿਕਲ ਰਹੇ ਹਨ ਉਹਨਾਂ ਨੂੰ ਨਿਕਲ ਲੈਣ ਦਿਓ। ਉਹ ਇਹ ਧਰਮ ਕਰਮਾਂ ਤੋਂ ਬਾਹਰ ਜਾ ਰਹੇ ਹਨ। ਕਈ ਨਹੀਂ ਪ੍ਰਭਾਵਿਤ ਹੋਣਗੇ। ਨਾ ਹਿੰਦੂ ਹਨ, ਨਾ ਮੁਸਲਮਾਨ ਹਨ, ਨਾ ਸਿੱਖ ਹਨ, ਨਾ ਈਸਾਈ ਹਨ। ਅਗਰ ਸਮਝਿਆ ਹੀ ਕੋਈ ਨਹੀਂ ਤੇ ਫਿਰ ਹਾਂ ਠੀਕ ਹੈ, ਮਨੁੱਖਾ ਦਾ ਦੁੱਖ ਹੁੰਦਾ ਹੈ, ਖਿਆਲ ਵਿੱਚ ਰੱਖਣਾ। ਮਨੁੱਖਤਾ ਦਾ ਜਦੋਂ ਪ੍ਰੋਬਲਮ ਹੁੰਦੀ, ਸਮੱਸਿਆ ਹੁੰਦੀ, ਤਾਂ ਖਿਆਲ ਵਿੱਚ ਆਉਂਦਾ ਹੈ ਵੀ ਵਿਚਾਰੇ ਕਿੰਨੇ ਤੜਫਦੇ। ਇਸੇ ਕਰਕੇ ਤੇ ਉਪਦੇਸ਼ ਦਿੰਦੇ ਹਨ ਸਤਿਪੁਰਖ, ਉਹਨਾਂ ਨੂੰ ਸਗੋਂ ਜ਼ਿਆਦਾ ਮਹਿਸੂਸ ਹੁੰਦਾ ਹੈ, ਪਰ ਉਹ ਮਨੁੱਖਤਾ ਦਾ ਹੈ। ਇਸ ਕਰਕੇ ਤੇ ਉਪਦੇਸ਼ ਦਿੰਦੇ ਹਨ ਵੀ ਇਹ ਦੁੱਖਾਂ ਦੇ ਵਿੱਚ ਪਏ ਹਨ, ਜੰਜਾਲ 'ਚ ਪਏ ਹਨ, ਫਸੇ ਹਨ, ਬੱਝੇ ਹਨ, ਤੇ ਦੁੱਖ ਸਹਾ ਰਹੇ ਹਨ ਜਨਮਾਂ ਜਨਮਾਂਤਰਾਂ। ਚਲੋ ਇਹਨਾਂ ਨੂੰ ਜਗਾਈਏ, ਇਹਨਾਂ ਨੂੰ ਬਾਹਰ ਕੱਢੀਏ। ਝੂਠ ਵਾਲੇ ਪਾਸੇ ਸੌਣਾ ਹੈ ਤੇ ਸੱਤ ਵਾਲੇ ਪਾਸੇ ਜਾਗਣਾ ਹੈ। ਆਓ ਫੜਾਓ ਬਾਂਹ, ਚੱਲੋ ਚੱਲੀਏ ਆਪਾਂ ਸੱਤ ਵਾਲੇ ਪਾਸੇ।